ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਅੰਗਰੇਜ਼ੀ ਪੈਡਾਗੋਜੀ ਦੀ ਥਿਊਰੀ ਵਾਲੀ ਕਲਾਸ ਦੇ ਵਿੱਚ ਕੁਝ ਟੌਪਿਕ ਸਮਝਣ ਜਾ ਰਹੇ ਹਾਂ। ਇਸ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਜਿਹੜੇ ਸਾਥੀ ਪੀਐਸ ਸਟੱਡ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੈ, ਭਾਵੇਂ ਪੇਪਰ 1 ਹੋਵੇ ਜਾਂ ਫਿਰ ਪੇਪਰ 2 ਹੋਵੇ, ਦੋਨੋਂ ਐਸਪੀਰੈਂਟਸ ਇਹਨਾਂ ਵੀਡੀਓਜ਼ ਨੂੰ ਧਿਆਨ ਨਾਲ ਦੇਖਣ ਅਤੇ ਸਮਝਣ। ਅੱਜ ਦੀ ਵੀਡੀਓ ਵਿੱਚ ਅਸੀਂ ਲੈਂਗੁਏਜ ਟੀਚਿੰਗ ਏਡਸ ਦੀ ਗੱਲ ਕਰਨ ਜਾ ਰਹੇ ਹਾਂ। ਜਦੋਂ ਤੁਸੀਂ ਜਮਾਤ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹੋ, ਬੱਚਿਆਂ ਨੂੰ ਪੜ੍ਹਾਉਂਦੇ ਟਾਈਮ ਤੁਸੀਂ ਕੁਝ ਇਹੋ ਜਿਹੇ ਟੂਲਸ ਦੀ ਵਰਤੋਂ ਕਰਦੇ ਹੋ ਜਿਹੜੇ ਟੂਲਸ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਹੋਰ ਜ਼ਿਆਦਾ ਇਫੈਕਟਿਵ ਤਰੀਕੇ ਨਾਲ ਹੈਲਪ ਕਰਦੇ ਆ ਤੁਹਾਡੀ ਟੀਚਿੰਗ ਦੇ ਵਿੱਚ। ਐਂਡ ਅਸੀਂ ਇਹਨਾਂ ਏਡਸ ਦੀ ਹੀ ਗੱਲ ਕਰ ਰਹੇ ਹਾਂ। ਸੋ ਭਾਸ਼ਾ ਦੀ ਕਲਾਸ ਦੇ ਵਿੱਚ ਐਜ਼ ਅ ਇੰਗਲਿਸ਼ ਟੀਚਰ ਜਦੋਂ ਤੁਸੀਂ ਇਹਨਾਂ ਟੂਲਸ ਦੀ ਵਰਤੋਂ ਕਰੋਗੇ ਤਾਂ ਜਿਹੜੀ ਕਲਾਸ ਹੋਏਗੀ ਜੀ ਉਹ ਹੋਰ ਜ਼ਿਆਦਾ ਇੰਗੇਜਿੰਗ ਹੋਏਗੀ, ਇੰਟਰੈਕਟਿਵ ਐਂਡ ਇਫੈਕਟਿਵ ਹੋਵੇਗੀ। ਐਂਡ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਕਨਸੈਪਟ ਤੁਸੀਂ ਪੜ੍ਹਾ ਰਹੇ ਹੋ ਬੱਚਿਆਂ ਨੂੰ, ਉਹ ਵਧੀਆ ਤਰੀਕੇ ਨਾਲ ਪੜ੍ਹਾ ਸਕਦੇ ਹੋ। ਐਂਡ ਬੱਚਿਆਂ ਦੀਆਂ ਜਿਹੜੀਆਂ ਸਕਿੱਲਸ ਹੋਣਗੀਆਂ, ਲੈਂਗੁਏਜ ਸਕਿੱਲ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ LSRW ਦੀ ਗੱਲ ਕਰਦੇ ਹਾਂ। ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ, ਇਹਨੂੰ ਤੁਸੀਂ ਹੋਰ ਵਧੀਆ ਤਰੀਕੇ ਨਾਲ ਇੰਪਰੂਵ ਕਰ ਸਕਦੇ ਹੋ ਬੱਚਿਆਂ ਦੀਆਂ ਜਿਹੜੀਆਂ ਸਕਿੱਲਸ ਨੇ। ਸੋ ਹੁਣ ਗੱਲ ਕਰਦੇ ਹਾਂ ਟੀਚਿੰਗ ਏਡਸ ਦੀ ਕਿ ਤੁਹਾਨੂੰ ਕਿੰਨੇ ਤਰ੍ਹਾਂ ਦੀਆਂ ਜਿਹੜੀਆਂ ਟੀਚਿੰਗ ਏਡਸ ਨੇ ਜੀ ਉਹ ਵੇਖਣ ਨੂੰ ਮਿਲਦੀਆਂ ਨੇ। ਵੈਸੇ ਤਾਂ ਮੇਨਲੀ ਦੋ ਟਾਈਪਸ ਦੀਆਂ ਟੀਚਿੰਗ ਏਡਸ ਵੇਖਣ ਨੂੰ ਮਿਲਦੀਆਂ ਨੇ, ਵਿਜ਼ੂਅਲ ਐਂਡ ਆਡੀਓ। ਇੱਕ ਆ ਜਾਂਦੀ ਹੈ ਜੀ ਐਕਟੀਵਿਟੀ ਸੈਂਟਰਡ ਏਡਸ। ਸਭ ਤੋਂ ਪਹਿਲਾਂ ਵਿਜ਼ੂਅਲ ਜਿਹੜੀਆਂ ਏਡਸ ਨੇ, ਨਾਮ ਤੋਂ ਕਲੀਅਰ ਹੋ ਰਿਹਾ, ਜਿਨ੍ਹਾਂ ਏਡਸ ਦੀ ਵਰਤੋਂ ਤੁਸੀਂ ਕਰਦੇ ਹੋ ਦੇਖਣ ਦੇ ਲਈ ਜਾਂ ਫਿਰ ਬੱਚਿਆਂ ਨੂੰ ਦਿਖਾਉਣ ਦੇ ਲਈ। ਕੋਈ ਵੱਡੀ ਸਾਰੀ ਸਕਰੀਨ ਹੋ ਸਕਦੀ ਹੈ ਜਾਂ ਫਿਰ ਕੋਈ ਇਹੋ ਜਿਹੀ ਚੀਜ਼ ਜਿਹੜੀ ਕਿ ਤੁਸੀਂ ਬੱਚਿਆਂ ਨੂੰ ਦਿਖਾਉਣੀ ਹੈ। ਵਿਜ਼ੂਅਲ ਏਡਸ ਦੀ ਵਰਤੋਂ ਕਰਕੇ ਤੁਸੀਂ ਬੱਚਿਆਂ ਨੂੰ ਕੋਈ ਵੀ ਚੀਜ਼ ਦਿਖਾ ਰਹੇ ਹੋ ਤਾਂ ਉਹ ਜਿਹੜੀ ਚੀਜ਼ ਹੋਏਗੀ ਜੀ ਜਾਂ ਫਿਰ ਜਿਹੜਾ ਕਨਸੈਪਟ ਹੋਏਗਾ, ਬੱਚਾ ਜ਼ਿਆਦਾ ਸਮੇਂ ਤੱਕ ਯਾਦ ਕਰ ਸਕਦਾ ਹੈ ਐਂਡ ਸਮਝ ਸਕਦਾ ਹੈ ਨਵੇਂ ਸ਼ਬਦ, ਗ੍ਰਾਮਰ ਅਤੇ ਕਲਚਰਲ ਜਿਹੜਾ ਕਨਸੈਪਟ ਹੈਗਾ ਜੀ, ਵਿਜ਼ੂਅਲ ਏਡਸ ਦੇ ਨਾਲ ਬੱਚਾ ਵਧੀਆ ਤਰੀਕੇ ਨਾਲ ਸਿੱਖੇਗਾ। ਕੁਝ ਉਦਾਹਰਨਾਂ ਦੇਖ ਲੈਂਦੇ ਆ ਵਿਜ਼ੂਅਲ ਏਡਸ ਦੀਆਂ, ਜਿਵੇਂ ਕਿ ਕੋਈ ਫੋਟੋ ਹੋ ਸਕਦੀ ਹੈ, ਪਿਕਚਰ ਹੋ ਸਕਦੀ ਹੈ, ਫਲੈਸ਼ ਕਾਰਡ ਹੋ ਸਕਦਾ ਆ, ਕੋਈ ਪੋਸਟਰ ਤੁਸੀਂ ਹੋ ਸਕਦਾ ਬਣਾਇਆ ਹੋਵੇ ਜਾਂ ਫਿਰ ਬਾਜ਼ਾਰੋਂ ਮਿਲ ਜਾਵੇ, ਕੋਈ ਚਾਰਟ ਹੋ ਸਕਦਾ ਆ, ਕੋਈ ਡਾਇਗਰਾਮ, ਕੋਈ ਮੈਪ, ਜਾਂ ਫਿਰ ਕੋਈ ਵੀ ਤੁਸੀਂ YouTube ਤੇ ਵੀਡੀਓ ਪਲੇ ਕਰ ਦਿੱਤੀ ਬੱਚਿਆਂ ਦੇ ਸਾਹਮਣੇ ਜਿਹਦੇ ਵਿੱਚ ਵਧੀਆ ਐਨੀਮੇਸ਼ਨ ਹੋਵੇ। ਇਹਨੂੰ ਆਪਾਂ ਯੂਜ਼ ਹੀ ਕਿਉਂ ਕਰਦੇ ਆ? ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਬੱਚਿਆਂ ਨੂੰ ਨਹੀਂ ਦਿਖਾ ਸਕਦੇ। ਮੰਨ ਲਓ ਮੈਂ ਕਲਾਸ ਵਿੱਚ ਗਿਆ, ਕਲਾਸ ਵਿੱਚ ਜਾਂਦਿਆਂ ਮੈਂ ਕਹਿੰਦਾ ਚਲੋ ਬੇਟਾ ਅੱਜ ਆਪਾਂ ਸੋਲਰ ਸਿਸਟਮ ਚੈਪਟਰ ਪੜ੍ਹਨੇ ਆ। ਹੁਣ ਜਿਹੜੇ ਬੱਚੇ ਨੇ ਕਦੇ ਚੀਜ਼ਾਂ ਵੇਖੀਆਂ ਨਹੀਂ, ਅੰਤਰਿਕਸ਼ ਉਹਨਾਂ ਨੇ ਕੀ ਵੇਖਿਆ ਕਦੇ? ਕੀ ਉਹਨਾਂ ਨੇ ਕਦੇ ਤਾਰੇ ਵੇਖੇ ਆ? ਰਾਤ ਨੂੰ ਤਾਂ ਚਲੋ ਵੇਖੇ ਹੋਣੇ ਆ, ਜਿਹੜੇ ਹੋਰ ਪਲੈਨਟਸ ਹੈਗੇ ਆ ਕੀ ਉਹ ਵੇਖੇ ਆ? ਨਹੀਂ ਦੇਖੇ। ਸੋ ਜਿਨ੍ਹਾਂ ਚੀਜ਼ਾਂ ਬਾਰੇ ਸਿਰਫ ਅਸੀਂ ਪੜ੍ਹਦੇ ਹਾਂ, ਇਮੈਜੀਨੇਸ਼ਨ ਕਰਦੇ ਹਾਂ, ਉਹਨਾਂ ਚੀਜ਼ਾਂ ਨੂੰ ਵੀ ਅਸੀਂ ਵਿਖਾ ਸਕਦੇ ਹਾਂ ਵੀਡੀਓਜ਼ ਦੇ ਰੂਪ ਵਿੱਚ। ਵਿਜ਼ੂਅਲ ਏਡਸ ਦੇ ਵਿੱਚ ਹੀ ਆਪਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਉਂਦੇ ਹਾਂ। ਸੋ ਇਹਦੇ ਨਾਲ ਬੱਚੇ ਦੀ ਜਿਹੜੀ ਮੈਮਰੀ ਹੋਏਗੀ ਜੀ ਉਹ ਵੀ ਇੰਪਰੂਵ ਹੋਏਗੀ, ਜਾਂ ਫਿਰ ਕਹਿ ਲਓ ਰਿਟੈਂਸ਼ਨ ਪਾਵਰ ਵਧੇਗੀ। ਜਿਹੜੀ ਚੀਜ਼ ਆਪਾਂ ਸੁਣ ਲੈਂਦੇ ਹਾਂ ਜਾਂ ਫਿਰ ਦੇਖ ਲੈਂਦੇ ਹਾਂ, ਫਿਲਹਾਲ ਤਾਂ ਆਪਾਂ ਦੇਖਣ ਦੀ ਗੱਲ ਕਰ ਰਹੇ ਹਾਂ, ਜਿਹੜੀ ਚੀਜ਼ ਬੱਚੇ ਨੇ ਦੇਖ ਲਈ ਤਾਂ ਉਹਦੇ ਦਿਮਾਗ ਵਿੱਚ ਜ਼ਿਆਦਾ ਟਾਈਮ ਤੱਕ ਰਹਿਣੀ ਆ। ਕੰਪਲੈਕਸ ਜਿਹੜੇ ਆਈਡੀਆਜ਼ ਹੁੰਦੇ ਨੇ ਉਹਨਾਂ ਨੂੰ ਸਮਝਣ ਦੇ ਵਿੱਚ ਬੱਚੇ ਨੂੰ ਪਰੇਸ਼ਾਨੀ ਨਹੀਂ ਹੋਏਗੀ, ਕਿਉਂਕਿ ਵਿਜ਼ੂਅਲ ਰਿਪਰੈਜ਼ੈਂਟੇਸ਼ਨ ਦੇ ਨਾਲ ਬੱਚਾ ਸਾਰੀਆਂ ਚੀਜ਼ਾਂ ਨੂੰ ਸਮਝ ਰਿਹਾ। ਬੈਨੀਫਿਟ ਦੀ ਗੱਲ ਕਰਦੇ ਹਾਂ ਤੇ ਇਸ ਏਡ ਦੀ ਵਰਤੋਂ ਕਰਕੇ ਬੱਚੇ ਦੀ ਵੋਕੈਬਲਰੀ ਇੰਪਰੂਵ ਹੋਏਗੀ, ਗ੍ਰਾਮਰ ਸਟਰਕਚਰ ਵਧੀਆ ਹੋਏਗਾ, ਕਨਸੈਪਟ ਵਿਜ਼ੂਅਲਾਈਜੇਸ਼ਨ ਵਧੀਆ ਤਰੀਕੇ ਨਾਲ ਕਰ ਪਾਏਗਾ। ਛੋਟੇ ਬੱਚੇ ਨੇ, ਯੰਗਰ ਬੱਚੇ ਨੇ ਜਿਨ੍ਹਾਂ ਦਾ ਪੜ੍ਹਨ ਦਾ ਦਿਲ ਨਹੀਂ ਕਰਦਾ, ਜਦੋਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਪੜ੍ਹਨਗੇ ਤਾਂ ਉਹਨਾਂ ਦਾ ਜਿਹੜਾ ਲਰਨਿੰਗ ਪ੍ਰੋਸੈਸ ਹੈਗਾ ਜੀ ਉਹ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲੇਗਾ। ਉਦਾਹਰਨਾਂ ਦਿੱਤੀਆਂ ਨੇ ਕੁਝ, ਜਿਵੇਂ ਕਿ ਮੰਨ ਲਓ ਮੈਂ ਕਲਾਸ ਵਿੱਚ ਕੁਝ ਚੀਜ਼ਾਂ ਸਮਝਾ ਰਿਹਾ, ਮੈਂ ਬੱਚਿਆਂ ਨੂੰ ਦਿਖਾ ਰਿਹਾ, ਦੇਖੋ ਐਪਲ, ਕਾਰ, ਹਾਊਸ, ਇਸ ਤਰ੍ਹਾਂ ਦੀਆਂ ਜਿਹੜੀਆਂ ਫੋਟੋਜ਼ ਨੇ, ਫਲੈਸ਼ ਕਾਰਡ ਨੇ, ਐਂਡ ਇਹਨਾਂ ਵਿੱਚ ਮੈਂ ਉਹਨਾਂ ਚੀਜ਼ਾਂ ਨੂੰ ਵੀ ਐਡ ਕਰ ਸਕਦਾ ਹਾਂ ਜਿਹੜੀਆਂ ਕਿ ਬੱਚਿਆਂ ਨੇ ਕਦੇ ਨਹੀਂ ਦੇਖੀਆਂ। ਐਂਡ ਮੈਂ ਉਹਨਾਂ ਨੂੰ ਕਹੂੰਗਾ ਕਿ ਬੇਟਾ ਦੱਸੋ ਇਹ ਕੀ ਹੈ, ਤੇ ਬੱਚਾ ਇੰਗਲਿਸ਼ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ। ਸੋ ਇਹਨੂੰ ਤੁਸੀਂ ਪਿਕਚਰ ਫਲੈਸ਼ ਕਾਰਡ ਕਹਿ ਰਹੇ ਹੋ। ਪੋਸਟਰ ਬਣਾ ਸਕਦੇ ਹਾਂ ਜਾਂ ਫਿਰ ਚਾਰਟ ਦੀ ਵਰਤੋਂ ਕਰਕੇ ਆਪਾਂ ਬੱਚਿਆਂ ਤੋਂ, ਜਿਵੇਂ ਕਿ ਇੱਥੇ ਲਿਖਿਆ ਹੋਇਆ ਕਿ ਇਰਰੈਗੂਲਰ ਜਿਹੜੇ ਵਰਬਸ ਨੇ ਜੀ ਕਲਾਸ ਰੂਮ ਵਾਲ ਦੇ ਉੱਤੇ ਬੱਚਿਆਂ ਨੂੰ ਦਿਖਾ ਸਕਦੇ ਹਾਂ ਐਂਡ ਉਹਦੀ ਵਰਤੋਂ ਕਰ ਸਕਦੇ ਹਾਂ ਜਦੋਂ ਜ਼ਰੂਰਤ ਪਵੇ। ਸੋ ਇਹ ਗੱਲ ਸੀਗੀ ਜੀ ਵਿਜ਼ੂਅਲ ਏਡਸ ਦੀ। ਦੂਸਰੇ ਨੰਬਰ ਤੇ ਜਿਹੜੀ ਏਡਸ ਹੈ ਜੀ ਉਹਨੂੰ ਤੁਸੀਂ ਆਡੀਓ ਏਡਸ ਕਹਿੰਦੇ ਹੋ। ਆਡੀਓ ਦਾ ਮਤਲਬ ਸੁਣਨਾ, ਜਿਨ੍ਹਾਂ ਚੀਜ਼ਾਂ ਦੀ ਵਰਤੋਂ ਤੁਸੀਂ ਸਿਰਫ ਸੁਣਾਉਣ ਲਈ ਕਰ ਰਹੇ ਹੋ, ਕਿਉਂਕਿ ਇਹ ਭਾਸ਼ਾ ਦੀ ਕਲਾਸ ਹੈਗੀ ਹੈ। ਭਾਸ਼ਾ ਦੀ ਜਮਾਤ ਦੇ ਵਿੱਚ ਆਪਾਂ ਐਕੂਰੇਸੀ ਤੇ ਜ਼ਿਆਦਾ ਧਿਆਨ ਦਿੰਨੇ ਆ, ਫਲੂਐਂਸੀ ਤੇ ਦਿੰਨੇ ਆ, ਬਟ
ਐਕੂਰੇਸੀ ਤੇ ਵੀ ਧਿਆਨ ਦਿੰਨੇ ਆ। ਐਕੂਰੇਸੀ ਫਿਰ ਹੀ ਇੰਪਰੂਵ ਕੀਤੀ ਜਾ ਸਕਦੀ ਹੈ ਜੇਕਰ ਆਪਾਂ ਉਹਨੂੰ ਪ੍ਰੋਪਰ ਜਿਹੜੀ ਚੀਜ਼ ਹੈਗੀ ਆ ਜਾਂ ਫਿਰ ਪ੍ਰੋਨੰਸੀਏਸ਼ਨ ਹੈਗੀ ਆ ਜੀ ਸੁਣਾਵਾਂਗੇ। ਸੋ ਆਡੀਓ ਏਡਸ ਕਿਹੜੇ ਨੇ? ਇਹੋ ਜਿਹੇ ਟੂਲਸ ਨੇ ਜਿਨ੍ਹਾਂ ਦੀ ਜਿਹੜੀ ਵਰਤੋਂ ਹੈਗੀ ਆ ਜਿਹਦੇ ਵਿੱਚ ਆਪਾਂ ਸਾਊਂਡ ਦੀ ਵਰਤੋਂ ਕਰਨੀ ਆ, ਜਿਹਦੇ ਨਾਲ ਬੱਚੇ ਦੀ ਜਿਹੜੀ ਲੈਂਗੁਏਜ ਲਰਨਿੰਗ ਹੈਗੀ ਆ ਜੀ ਉਹਨੂੰ ਐਨਹਾਂਸ ਕੀਤਾ ਜਾ ਸਕੇ ਐਂਡ ਬੱਚਾ ਪਾਰਟਿਸਿਪੇਟ ਕਰੇ ਲਿਸਨਿੰਗ ਦੇ ਵਿੱਚ ਤੇ ਪ੍ਰੋਨੰਸੀਏਸ਼ਨ ਸਕਿੱਲ ਉਹਦੀ ਜਿਹੜੀ ਹੋਊਗੀ ਉਹ ਵੀ ਇੰਪਰੂਵ ਆਪਾਂ ਕਰਾਂਗੇ ਇਸ ਆਡੀਓ ਏਡਸ ਦੀ ਵਰਤੋਂ ਕਰਕੇ। ਕੁਝ ਉਦਾਹਰਨਾਂ ਦੀ ਗੱਲ ਕਰ ਲੈਂਦੇ ਆ, ਜਿਵੇਂ ਕਿ ਆਡੀਓ ਰਿਕਾਰਡਿੰਗਸ ਹੋ ਸਕਦੀਆਂ ਨੇ, ਕੁਝ ਅੰਗਰੇਜ਼ੀ ਗਾਣੇ ਹੋ ਸਕਦੇ ਆ ਜਿਨ੍ਹਾਂ ਨੂੰ ਬੱਚਾ ਸੁਣੇਗਾ ਤੇ ਫਿਰ ਉਹਨਾਂ ਚੀਜ਼ਾਂ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਲੈਂਗੁਏਜ ਲੈਬਸ ਹੁੰਦੀਆਂ ਨੇ ਜੀ ਆਪਣੇ ਸਕੂਲਾਂ ਵਿੱਚ ਹੁੰਦੀਆਂ ਨੇ, ਪਤਾ ਹੀ ਆ ਤੁਹਾਨੂੰ। ਪੋਡਕਾਸਟ ਹੋ ਸਕਦੇ ਨੇ, ਆਡੀਓ ਬੁੱਕਸ ਹੋ ਸਕਦੀਆਂ ਨੇ ਐਂਡ ਰਿਕਾਰਡਿੰਗਸ ਹੋ ਸਕਦੀਆਂ ਨੇ ਨੇਟਿਵ ਸਪੀਕਰ ਦੀਆਂ। ਇਹਦਾ ਪਰਪਸ ਕੀ ਹੈਗਾ ਜੀ? ਜੇਕਰ ਆਪਾਂ ਆਡੀਓ ਏਡਸ ਦੀ ਵਰਤੋਂ ਕਰ ਰਹੇ ਹਾਂ ਤੇ ਇਹਦੇ ਨਾਲ ਬੱਚੇ ਦੀ ਜਿਹੜੀ ਲਿਸਨਿੰਗ ਹੈਗੀ ਆ, ਲਿਸਨਿੰਗ ਕੰਪਰੀਹੈਂਸ਼ਨ, ਕਿ ਸੁਣ ਕੇ ਬੱਚਾ ਸਮਝ ਸਕੇ, ਐਕਸੈਂਟ ਰਿਕੋਗਨੀਸ਼ਨ, ਪ੍ਰੋਨੰਸੀਏਸ਼ਨ ਤੇ ਇੰਟੋਨੇਸ਼ਨ, ਕਿਹੜੇ ਸ਼ਬਦ ਤੇ ਕਿੰਨਾ ਕੁ ਜ਼ੋਰ ਦੇਣਾ ਆ, ਕਿੱਥੇ ਕਿੱਥੇ ਘੱਟ ਜ਼ੋਰ ਦੇਣਾ ਆ, ਇਹਨਾਂ ਚੀਜ਼ਾਂ ਨੂੰ ਤੁਸੀਂ ਇੰਟੋਨੇਸ਼ਨ ਕਹਿੰਦੇ ਹੋ ਕਿ ਜਦੋਂ ਬੋਲਦੇ ਬੋਲਦੇ ਉਤਰਾਅ ਚੜਾਅ ਵੇਖਣ ਨੂੰ ਮਿਲਦਾ ਆ। ਬੈਨੀਫਿਟ ਕੀ ਹੈ ਜੀ ਇਹਦਾ? ਇਹਦੇ ਨਾਲ ਬੈਨੀਫਿਟ ਇਹ ਮਿਲੇਗਾ ਕਿ ਬੱਚੇ ਦੀ ਜਿਹੜੀ ਪ੍ਰੋਨੰਸੀਏਸ਼ਨ ਹੈ ਉਹ ਇੰਪਰੂਵ ਹੋਏਗੀ, ਬੱਚੇ ਦੀ ਲਿਸਨਿੰਗ ਸਕਿੱਲ ਵੀ ਇੰਪਰੂਵ ਹੋਏਗੀ। ਸੋ ਇਹ ਕੁਝ ਬੈਨੀਫਿਟਸ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਆ ਆਡੀਓ ਏਡਸ ਦੇ ਵਿੱਚ। ਤੇ ਐਗਜ਼ਾਮਪਲ ਐਕਟੀਵਿਟੀ ਦੀ ਦਿੱਤੀ ਹੋਈ ਆ, ਜਿਵੇਂ ਕਿ ਬੱਚਿਆਂ ਨੇ ਕੋਈ ਗਾਣਾ ਸੁਣਿਆ ਤੇ ਬੱਚਿਆਂ ਨੇ ਕੋਈ ਅੰਗਰੇਜ਼ੀ ਗਾਣਾ ਸੁਣਿਆ, ਸਿੰਪਲ ਜਿਹਾ ਸੌਂਗ ਸੀਗਾ, ਤੇ ਉਹਨੂੰ ਕੋਸ਼ਿਸ਼ ਕੀਤੀ ਕਿ ਗਾਇਆ ਜਾਵੇ ਅੰਗਰੇਜ਼ੀ ਵਿੱਚ ਹੀ, ਜਿਹਦੇ ਨਾਲ ਉਹਨਾਂ ਦੀ ਪ੍ਰੋਨੰਸੀਏਸ਼ਨ ਕਹਿ ਲਓ ਜਾਂ ਫਿਰ ਜਿਹੜੀ ਰਿਦਮ ਹੈਗੀ ਹੈ ਉਹ ਫਨ ਜਿਹੇ ਤਰੀਕੇ ਨਾਲ ਇੰਪਰੂਵ ਕਰ ਸਕਦੇ ਆ। ਲੈਂਗੁਏਜ ਲੈਬ ਦਾ ਜਿਹੜਾ ਕਨਸੈਪਟ ਹੈਗਾ ਜੀ, ਇਹਦੇ ਵਿੱਚ ਜਿਹੜੇ ਹਾਈ ਕੁਆਲਿਟੀ ਦੇ ਤੁਹਾਨੂੰ ਈਅਰਫੋਨ ਹੈਗੇ ਆ ਜਾਂ ਫਿਰ ਹੈੱਡਫੋਨ ਹੈਗੇ ਆ ਉਹ ਵੇਖਣ ਨੂੰ ਮਿਲਦੇ ਆ। ਆਪਾਂ ਕਲਾਸ ਦਾ ਕੋਈ ਚੈਪਟਰ ਹੈਗਾ ਆ, ਜਿਵੇਂ ਕਿ ਆਪਣੇ ਪੰਜਾਬ ਸਰਕਾਰ ਦੁਆਰਾ ਕੁਝ ਆਡੀਓ ਸ਼ੀਟਸ ਵੀ ਬਣਾਈਆਂ ਜਾਂਦੀਆਂ ਨੇ, ਆਡੀਓ ਸ਼ੀਟਸ ਨੂੰ ਤੁਸੀਂ ਸੁਣਾ ਸਕਦੇ ਹੋ ਐਂਡ ਉਹ ਸਾਰੀਆਂ ਆਡੀਓ ਸ਼ੀਟਸ ਤੁਹਾਡੇ ਬੱਚਿਆਂ ਦੇ ਸਿਲੇਬਸ ਨਾਲ ਰਿਲੇਟਡ ਹੁੰਦੀਆਂ ਨੇ। ਸੋ ਇਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਜਦੋਂ ਰਿਕਾਰਡਿੰਗ ਚੀਜ਼ਾਂ ਨੂੰ ਸੁਣਦੇ ਹੈਗੇ ਆ ਤੇ ਉਹਨਾਂ ਦੀ ਜਿਹੜੀ ਪ੍ਰੋਨੰਸੀਏਸ਼ਨ ਹੈਗੀ ਆ ਜਾਂ ਫਿਰ ਜਿਹੜੀ ਲਿਸਨਿੰਗ ਪਾਵਰ ਹੈਗੀ ਆ ਉਹਦੇ ਵਿੱਚ ਇੰਪਰੂਵਮੈਂਟ ਵੇਖਣ ਨੂੰ ਮਿਲੇਗੀ ਲੈਂਗੁਏਜ ਲੈਬ ਦੀ ਜੇਕਰ ਗੱਲ ਕਰਦੇ ਹਾਂ। ਤੀਸਰੇ ਨੰਬਰ ਤੇ ਗੱਲ ਕਰ ਲੈਂਦੇ ਆ ਐਕਟੀਵਿਟੀ ਸੈਂਟਰ ਏਡਸ। ਇਹਦੇ ਵਿੱਚ ਕੋਈ ਤੁਹਾਨੂੰ ਅਸਲ ਵਿੱਚ ਏਡ ਤਾਂ ਵੇਖਣ ਨੂੰ ਨਹੀਂ ਮਿਲਦੀ, ਇਹਦੇ ਵਿੱਚ ਆਪਾਂ ਐਕਟੀਵਿਟੀਜ਼ ਦੀ ਗੱਲ ਕਰ ਰਹੇ ਹਾਂ ਐਂਡ ਇਹਦੇ ਨਾਲ ਹੋਊਗਾ ਕਿ ਇਹਦੇ ਵਿੱਚ ਬੱਚਿਆਂ ਦੀ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ ਜੀ ਉਹ ਵਧੇਗੀ, ਉਹਨਾਂ ਦਾ ਜਿਹੜਾ ਅੰਡਰਸਟੈਂਡਿੰਗ ਜਿਹੜੀ ਹੈਗੀ ਆ, ਸਮਝ ਹੈਗੀ ਆ, ਉਹ ਐਕਸਪੀਰੀਅੰਸ ਦੇ ਆਧਾਰ ਤੇ ਵਧੂਗਾ। ਕਿਵੇਂ ਵਧੂਗਾ ਇਹਦੇ ਬਾਰੇ ਵੀ ਮੈਂ ਦੱਸੂਗਾ। ਇਹਨਾਂ ਏਡਸ ਦੀ ਵਰਤੋਂ ਕਰਕੇ ਜਿਹੜੀ ਭਾਸ਼ਾ ਲਰਨਿੰਗ ਹੋਏਗੀ ਜੀ ਉਹਨੂੰ ਇੰਟਰਐਕਟਿਵ ਤੇ ਪ੍ਰੈਕਟੀਕਲ ਬਣਾਇਆ ਜਾ ਸਕਦਾ ਆ। ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਜਦੋਂ ਆਪਾਂ ਭਾਸ਼ਾ ਨੂੰ ਵਰਤਦੇ ਹਾਂ ਤੇ ਉਸ ਭਾਸ਼ਾ ਨੂੰ ਹੋਰ ਵਧੀਆ ਤਰੀਕੇ ਨਾਲ ਸਿੱਖ ਸਕਦੇ ਹਾਂ। ਕੁਝ ਉਦਾਹਰਨਾਂ ਦਿੱਤੀਆਂ ਹੋਈਆਂ ਨੇ, ਜਿਵੇਂ ਕਿ ਰੋਲ ਪਲੇ ਦੀ ਵਰਤੋਂ ਕਰਕੇ, ਡਰਾਮੇਟਾਈਜੇਸ਼ਨ ਦੀ ਵਰਤੋਂ ਕਰਕੇ, ਗੇਮਸ ਦੀ ਵਰਤੋਂ ਕਰਕੇ, ਗਰੁੱਪ ਡਿਸਕਸ਼ਨਸ, ਪਜ਼ਲਸ ਐਂਡ ਸਟੋਰੀ ਟੈਲਿੰਗ, ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਬੱਚਿਆਂ ਦੀਆਂ ਜਿਹੜੀਆਂ ਭਾਸ਼ਾ ਨੇ ਜੀ ਉਹਨੂੰ ਤੁਸੀਂ ਇੰਪਰੂਵ ਕਰ ਸਕਦੇ ਹੋ ਐਂਡ ਇਹ ਸਾਰੀਆਂ ਚੀਜ਼ਾਂ ਪਾਰਟ ਨੇ ਜੀ ਐਕਟੀਵਿਟੀ ਸੈਂਟਰਡ ਏਡਸ ਦਾ। ਪਰਪਸ ਦੀ ਗੱਲ ਕਰਦੇ ਹਾਂ, ਬੱਚਿਆਂ ਨੂੰ ਅਸੀਂ ਐਕਟਿਵ ਤਰੀਕੇ ਨਾਲ ਇੰਗੇਜ ਕਰ ਸਕਦੇ ਹਾਂ ਇਹਨਾਂ ਕੰਮਾਂ ਦੇ ਵਿੱਚ, ਜਿਹਦੇ ਨਾਲ ਬੱਚੇ ਪ੍ਰੈਕਟਿਸ ਕਰਨਗੇ, ਕਮਿਊਨੀਕੇਸ਼ਨ ਸਕਿੱਲ ਇਹਨਾਂ ਦੀ ਇੰਪਰੂਵ ਹੋਏਗੀ, ਸੋਸ਼ਲ ਸਕਿੱਲ ਵੀ ਇਹਨਾਂ ਦੀ ਇੰਪਰੂਵ ਹੋਏਗੀ। ਬੈਨੀਫਿਟ ਕੀ ਹੈਗਾ ਜੀ? ਬੱਚਿਆਂ ਦਾ ਜਿਹੜਾ ਆਤਮ ਵਿਸ਼ਵਾਸ ਹੈਗਾ ਆ, ਜਿਵੇਂ ਮੰਨ ਲਓ ਰੋਲ ਪਲੇ ਕੀਤਾ ਬੱਚੇ ਨੇ, ਡਰਾਮੇਟਾਈਜੇਸ਼ਨ ਦੇ ਵਿੱਚ ਆਪਾਂ ਕੋਈ ਡਰਾਮਾ ਕਰਵਾ ਰਹੇ ਹਾਂ, ਖੇਡਾਂ ਕਰਵਾ ਰਹੇ ਹਾਂ, ਗਰੁੱਪ ਡਿਸਕਸ਼ਨ ਕਰਵਾ ਰਹੇ ਹਾਂ, ਬੱਚਾ ਅੰਗਰੇਜ਼ੀ ਦੇ ਵਿੱਚ ਪਾਰਟਿਸਿਪੇਟ ਕਰੇਗਾ, ਬੋਲੇਗਾ ਤੇ ਇਹਦੇ ਨਾਲ ਉਹਦਾ ਜਿਹੜਾ ਆਤਮ ਵਿਸ਼ਵਾਸ ਹੈਗਾ ਜੀ, ਕੌਨਫੀਡੈਂਸ ਲੈਵਲ ਹੈਗਾ ਜੀ ਉਹ ਵਧੂਗਾ। ਇਨਕਰੇਜਸ ਟੀਮ ਵਰਕ ਦੀ ਭਾਵਨਾ ਆਊਗੀ ਐਂਡ ਉਹਦੀ ਜਿਹੜੀ ਲੈਂਗੁਏਜ ਫਲੂਐਂਸੀ ਹੈਗੀ ਆ, ਕਿਉਂਕਿ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਭਾਸ਼ਾ ਦੀ ਵਰਤੋਂ ਕਰੇਗਾ ਬੱਚਾ ਤਾਂ ਉਹ ਵੀ ਵਧੂ ਚੀਜ਼। ਗੱਲ ਕਰ ਲੈਂਦੇ ਆ ਐਗਜ਼ਾਮਪਲ ਐਕਟੀਵਿਟੀ ਦੀ। ਰੋਲ ਪਲੇ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਤਾ ਕਿ ਬੱਚਿਆਂ ਨੂੰ ਕੋਈ ਸੀਨ ਸਮਝਾਤਾ ਕਿ ਬੇਟਾ ਤੂੰ ਜਾਣਾ ਆ, 4 ਬੱਚੇ ਹੈਗੇ ਆ, 2 ਬੱਚੇ ਸ਼ਾਪਕੀਪਰ ਤੇ ਕੰਮ ਕਰ ਰਹੇ ਆ ਤੇ 2 ਬੱਚੇ ਕਸਟਮਰ ਆਏ ਆ ਐਜ਼ ਅ ਕਸਟਮਰ। ਹੁਣ ਸਾਰੀ ਜਿਹੜੀ ਉਹਨਾਂ ਦੀ ਗੱਲਬਾਤ ਹੋਊਗੀ ਉਹ ਇੰਗਲਿਸ਼ ਵਿੱਚ ਹੀ ਹੋਣੀ ਆ। ਸੋ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਸਮਝ ਲਓ ਕਿ ਉਹ ਗੱਲਬਾਤ ਕਰ ਰਹੀ ਆ, ਜਿਹਦੇ ਨਾਲ ਉਹਨਾਂ ਦੀ ਵੋਕੈਬਲਰੀ ਵਧੂਗੀ, ਸੈਂਟੈਂਸ ਸਟਰਕਚਰ ਜਾਂ ਫਿਰ ਕਮਿਊਨੀਕੇਸ਼ਨ ਸਕਿੱਲ ਵਧੀਆ ਹੋਊਗੀ। ਲੈਂਗੁਏਜ ਗੇਮਸ ਦੀ ਗੱਲ ਕੀਤੀ ਆ, ਜਿਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਕਿ ਕੋਈ ਬੱਚੇ ਗੇਮ ਖੇਡ ਰਹੇ ਆ ਜਿਹਦੇ ਵਿੱਚ ਕੁਝ ਇੰਸਟਰਕਸ਼ਨਸ ਨੂੰ ਫੋਲੋ ਕਰਦੇ ਆ, ਜਿਹਦੇ ਨਾਲ ਇਹਨਾਂ ਦੀ ਇੰਪਰੂਵਮੈਂਟ ਹੀ ਹੋਣੀ ਆ। ਇਹਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਅੰਗਰੇਜ਼ੀ ਦੀ। ਇਸ ਤੋਂ ਬਾਅਦ ਦੇਖ ਲਓ ਕਿ ਆਪਾਂ ਗੱਲ ਕਰ ਲੈਂਦੇ ਆ ਟੀਚਿੰਗ ਲਰਨਿੰਗ ਮਟੀਰੀਅਲ ਦੀ। TLM ਜਿਹਨੂੰ ਤੁਸੀਂ ਕਹਿੰਦੇ ਹੋ, ਫੁੱਲ ਫਾਰਮ ਦੇਖ ਲਓ, TLM ਨੂੰ ਤੁਸੀਂ ਟੀਚਿੰਗ ਲਰਨਿੰਗ ਮਟੀਰੀਅਲ ਕਹਿ ਰਹੇ ਹੋ। ਇਹੋ ਜਿਹੇ ਸਾਧਨ ਹੈਗੇ ਆ ਜਿਹੜੇ ਕਿ ਭਾਸ਼ਾ ਦੀ ਜਿਹੜੀ ਟੀਚਿੰਗ ਹੈਗੀ ਆ ਉਹਦੇ ਵਿੱਚ ਹੈਲਪ ਕਰਦੀ ਆ, ਜਿਵੇਂ ਕਿ ਕਨਸੈਪਟ ਇੰਪਰੂਵਿੰਗ ਕੰਪਰੀਹੈਂਸ਼ਨ, ਵੋਕੈਬਲਰੀ ਤੇ ਗ੍ਰਾਮਰ ਨੂੰ ਸਮਝਣ ਦੇ ਵਿੱਚ, ਪੜ੍ਹਨ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਹੈਲਪ ਕਰਦੀਆਂ ਨੇ ਜਦੋਂ ਆਪਾਂ TLM ਦੀ ਗੱਲ ਕਰਦੇ ਆ।
ਕੀ ਪੁਆਇੰਟਸ ਦੀ ਗੱਲ ਕਰਦੀ ਆ, ਕਿੰਨੇ ਤਰ੍ਹਾਂ ਦੇ TLMs ਹੋ ਸਕਦੇ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ TLMs ਕਹਿੰਦੇ ਹੋ, ਟੀਚਿੰਗ ਲਰਨਿੰਗ ਮਟੀਰੀਅਲ ਕਹਿੰਦੇ ਹੋ, ਜਿਵੇਂ ਕਿ ਫਲੈਸ਼ ਕਾਰਡ, ਵਰਕਸ਼ੀਟਸ, ਸਟੋਰੀ ਬੁੱਕਸ, ਲੈਂਗੁਏਜ ਚਾਰਟ, ਇੰਟਰੈਕਟਿਵ ਸੌਫਟਵੇਅਰ ਐਂਡ ਰੀਅਲ ਆਬਜੈਕਟਸ ਯੂਜ਼ਡ ਇਨ ਟੀਚਿੰਗ ਦੀ ਇੱਥੇ ਗੱਲ ਕੀਤੀ ਹੈ। ਪਰਪਸ ਕੀ ਹੈ ਜੀ ਇਹਦਾ? ਸਟਰਕਚਰਡ ਸਪੋਰਟ ਪ੍ਰੋਵਾਈਡ ਕਰਵਾ ਸਕੀਏ ਆਪਾਂ ਲਰਨਿੰਗ ਦੇ ਵਿੱਚ, ਐਂਡ ਵੱਧ ਤੋਂ ਵੱਧ ਪ੍ਰੈਕਟਿਸ ਕਰਵਾ ਸਕੀਏ, ਕ੍ਰੀਏਟਿਵ ਐਕਸਪਲੋਰੇਸ਼ਨ ਦੀ ਗੱਲ ਕੀਤੀ ਹੋਈ ਹੈ। ਬੈਨੀਫਿਟ ਦੀ ਗੱਲ ਕਰ ਲੈਂਦੇ ਆ, ਤੇ TLM ਦੇ ਨਾਲ ਲੈਸਨ ਜਿਹੜਾ ਹੈਗਾ ਜੀ, ਲੈਸਨ ਬੜਾ ਹੀ ਇੰਟਰਸਟਿੰਗ ਬਣਾਇਆ ਜਾ ਸਕਦਾ ਆ। ਤੇ ਕੇਟਰ ਟੂ ਡਾਈਵਰਸ ਲਰਨਿੰਗ ਸਟਾਈਲ, ਆਪਣੀ ਕਲਾਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੱਚੇ ਵੇਖਣ ਨੂੰ ਮਿਲਦੇ ਆ, ਉਹਨਾਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਸਮਝ ਆਉਂਦਾ ਆ। ਸੋ ਸਾਰਿਆਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜੀ ਉਹ ਵੀ ਪੂਰੀਆਂ ਹੋ ਜਾਣਗੀਆਂ ਜੇਕਰ ਆਪਾਂ ਇਹਨਾਂ ਦੀ ਵਰਤੋਂ ਕਰਦੇ ਹਾਂ। ਐਂਡ ਜਿਹੜਾ ਬੱਚਾ ਹੋਏਗਾ ਜੀ ਪ੍ਰੈਕਟਿਸ ਇੰਡੀਪੈਂਡੈਂਟਲੀ ਔਰ ਇਨ ਗਰੁੱਪਸ। ਕੁਝ ਉਦਾਹਰਨਾਂ ਨੇ ਜੀ, ਜਿਵੇਂ ਕਿ ਫਲੈਸ਼ ਕਾਰਡ, ਵਰਕ ਬੁੱਕਸ, ਵਰਕਸ਼ੀਟਸ ਐਂਡ ਸਟੋਰੀ ਬੁੱਕਸ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਇਹਨਾਂ ਦੀ ਆਪਾਂ ਵਰਤੋਂ ਕਰਦੇ ਹਾਂ TLM ਦੇ ਵਿੱਚ। ਟੈਕਸਟ ਬੁੱਕ ਅਤੇ ਐਡੀਸ਼ਨਲ ਰਿਸੋਰਸਸ ਦਾ ਕੀ ਰੋਲ ਹੈਗਾ ਆ ਬੱਚੇ ਦੀ ਲੈਂਗੁਏਜ ਟੀਚਿੰਗ ਦੇ ਵਿੱਚ? ਜਿਹੜੀਆਂ ਕਿਤਾਬਾਂ ਹੁੰਦੀਆਂ ਨੇ, ਟੈਕਸਟ ਬੁੱਕਸ ਹੁੰਦੀਆਂ ਨੇ ਜਾਂ ਫਿਰ ਐਡੀਸ਼ਨਲ ਰਿਸੋਰਸਸ ਹੁੰਦੇ ਨੇ, ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ਾਂ ਨੇ ਭਾਸ਼ਾ ਦੀ ਟੀਚਿੰਗ ਦੇ ਵਿੱਚ। ਇਹਨਾਂ ਚੀਜ਼ਾਂ ਤੋਂ ਸਾਨੂੰ ਸਟਰਕਚਰਡ ਲੈਸਨ, ਐਕਸਰਸਾਈਜ਼ਸ ਐਂਡ ਜਿਹੜੀ ਨੀਂਹ ਰੱਖੀ ਜਾਣੀ ਹੈ ਫਾਊਂਡੇਸ਼ਨ ਫॉर ਕਰਿਕੂਲਮ ਬੇਸਡ ਲਰਨਿੰਗ, ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਹੁੰਦੀਆਂ ਨੇ ਜਾਂ ਫਿਰ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਪ੍ਰਾਪਤ ਹੁੰਦੀਆਂ ਨੇ। ਜਿਵੇਂ ਕਿ ਕਿਤਾਬਾਂ ਦੀ ਗੱਲ ਕਰਦੀ ਆ, ਟੈਕਸਟ ਬੁੱਕ ਦੀ ਗੱਲ ਕਰਦੀ ਆ, ਸਾਨੂੰ ਇਹਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ, ਸਿਸਟਮੈਟਿਕ ਤਰੀਕੇ ਨਾਲ, ਆਰਗੇਨਾਈਜ਼ਡ ਤਰੀਕੇ ਦੇ ਨਾਲ ਜਿਹੜਾ ਵੀ ਮਟੀਰੀਅਲ ਹੈਗਾ ਜੀ ਉਹ ਮਿਲ ਜਾਂਦਾ ਆ, ਜਿਹਦੇ ਨਾਲ ਆਪਾਂ ਬੱਚਿਆਂ ਦੀਆਂ ਭਾਸ਼ਾਈ ਸਕਿੱਲ ਹੈਗੀਆਂ ਨੇ ਜੀ ਉਹ ਇੰਪਰੂਵ ਕਰ ਸਕਦੇ ਆ। ਐਂਡ ਇਹਦੇ ਵਿੱਚ ਜਿਹੜਾ ਲੈਵਲ ਹੁੰਦਾ ਆ ਉਹ ਵੀ ਪ੍ਰੋਪਰ ਵਧੀਆ ਤਰੀਕੇ ਨਾਲ ਬੱਚਿਆਂ ਦੇ ਲੈਵਲ ਦੀਆਂ ਚੀਜ਼ਾਂ ਹੀ ਹੁੰਦੀਆਂ ਨੇ। ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਜੀ ਇਹਨੂੰ ਤੁਸੀਂ ਪ੍ਰਾਇਮਰੀ ਲਰਨਿੰਗ ਮਟੀਰੀਅਲ ਵੀ ਕਹਿੰਦੇ ਹੋ। ਐਂਡ ਇਹਨਾਂ ਟੈਕਸਟ ਬੁੱਕਸ ਦੀ ਆਪਾਂ ਵਰਤੋਂ ਕਰਦੇ ਹੈਗੇ ਆ ਆਊਟਲਾਈਨਿੰਗ ਦਾ ਸਿਲੇਬਸ, ਆਫਰਿੰਗ ਐਕਸਪਲੇਨੇਸ਼ਨ ਦੇ ਲਈ ਵੀ ਤੇ ਪ੍ਰੈਕਟਿਸ ਐਕਸਰਸਾਈਜ਼ਸ ਦੇ ਲਈ। ਬੈਨੀਫਿਟ ਦੀ ਗੱਲ ਕਰ ਲੈਂਦੇ ਆ, ਤੇ ਇਹਦੇ ਵਿੱਚ ਜਿਹੜੇ ਲੈਸਨ ਹੈਗੇ ਜੀ ਉਹਨਾਂ ਵਿੱਚ ਤੁਹਾਨੂੰ ਕੰਸਿਸਟੈਂਸੀ ਦੇਖਣ ਨੂੰ ਮਿਲਦੀ ਹੈਗੀ ਆ, ਬੱਚਿਆਂ ਦੀ ਜਿਹੜੀ ਪ੍ਰੋਗਰੈਸ ਹੈਗੀ ਆ ਜੋ ਸਟੈਪ ਬਾਏ ਸਟੈਪ ਵੇਖਣ ਨੂੰ ਮਿਲੇਗੀ। ਲਿਮਿਟੇਸ਼ਨਸ ਦੀ ਚਲੋ ਆਪਾਂ ਇਹਨੀ ਗੱਲ ਕਰਾਂਗੇ ਨਹੀਂ, ਕਈ ਵਾਰ ਕੁਝ ਇਹੋ ਜਿਹੀਆਂ ਕਿਤਾਬਾਂ ਹੁੰਦੀਆਂ ਨੇ ਜਿਹੜੀਆਂ ਕਿ ਲੈਕ ਇੰਟਰਐਕਟਿਵ ਹੁੰਦੀਆਂ ਨੇ, ਬਟ ਇਸ ਦੇ ਨਾਲ ਆਪਾਂ ਹੋਰ ਜਿਹੜੇ ਐਡੀਸ਼ਨਲ ਰਿਸੋਰਸਸ ਹੈਗੇ ਨੇ ਜੀ ਉਹਨਾਂ ਦੀ ਵਰਤੋਂ ਕਰਕੇ ਆਪਾਂ ਲਰਨਿੰਗ ਨੂੰ ਹੋਰ ਜ਼ਿਆਦਾ ਇੰਗੇਜਿੰਗ ਬਣਾ ਸਕਦੇ ਹਾਂ। ਐਡੀਸ਼ਨਲ ਰਿਸੋਰਸਸ ਦੀ ਇਹਨਾਂ ਨੇ ਕੁਝ ਗੱਲ ਕੀਤੀ ਹੈ, ਜਿਵੇਂ ਕਿ ਸਪਲੀਮੈਂਟਰੀ ਬੁੱਕਸ ਆ ਜਾਂਦੀਆਂ ਨੇ, ਆਨਲਾਈਨ ਰਿਸੋਰਸਸ ਆ ਜਾਂਦੇ ਨੇ, ਮਲਟੀਮੀਡੀਆ ਟੂਲਸ ਆ ਜਾਂਦੇ ਨੇ। ਸਪਲੀਮੈਂਟਰੀ ਬੁੱਕਸ ਦੇ ਵਿੱਚ ਜਿਵੇਂ ਗ੍ਰਾਮਰ ਦੀਆਂ ਕਹਿ ਲਓ ਵਰਕ ਬੁੱਕਸ ਆ ਗਈਆਂ, ਵੋਕੈਬਲਰੀ ਬਿਲਡਰਸ ਆ ਗਏ, ਸਟੋਰੀ ਕਲੈਕਸ਼ਨ ਆ ਗਈਆਂ। ਆਨਲਾਈਨ ਰਿਸੋਰਸਸ ਦੇ ਵਿੱਚ ਕੁਝ ਵੈਬਸਾਈਟ ਹੁੰਦੀਆਂ ਨੇ, ਐਜੂਕੇਸ਼ਨਲ ਐਪਸ ਹੁੰਦੀਆਂ ਨੇ, ਲੈਂਗੁਏਜ ਲਰਨਿੰਗ ਪਲੇਟਫਾਰਮ ਹੁੰਦੇ ਆ ਜਿਹੜੇ ਕਿ ਸਾਨੂੰ ਆਨਲਾਈਨ ਰਿਸੋਰਸਸ ਪ੍ਰੋਵਾਈਡ ਕਰਾਉਂਦੇ ਆ ਭਾਸ਼ਾ ਸਿੱਖਣ ਦੇ ਲਈ। ਮਲਟੀਮੀਡੀਆ ਟੂਲਸ ਦੇ ਵਿੱਚ ਤੁਸੀਂ ਵੀਡੀਓ ਦੀ ਵਰਤੋਂ ਕਰ ਸਕਦੇ ਹੋ, ਭਾਸ਼ਾ ਦੀਆਂ ਗੇਮਾਂ ਦੀ ਵਰਤੋਂ ਕਰ ਸਕਦੇ ਹੋ, ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਕੇ ਤੁਸੀਂ ਹੋਰ ਵਧੀਆ ਇੰਗਲਿਸ਼ ਵਿੱਚ ਜਾਂ ਫਿਰ ਬੱਚਿਆਂ ਨੂੰ ਸਿਖਾ ਸਕਦੇ ਹੋ। ਸੋ ਦੋਸਤੋ, ਇਹ ਸੀਗਾ ਜੀ ਅੱਜ ਦਾ ਆਪਣਾ ਛੋਟਾ ਜਿਹਾ ਟੌਪਿਕ। ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਡੇ ਲਈ ਯੂਸਫੁਲ ਰਿਹਾ ਹੋਊਗਾ। ਜੇਕਰ ਸੈਸ਼ਨ ਪਸੰਦ ਆਇਆ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਜਰੂਰ ਕਰ ਦਿਓ ਸਬਸਕ੍ਰਾਈਬ। ਇਸ ਤੋਂ ਬਾਅਦ ਆਪਣੀਆਂ 2 ਕਲਾਸਿਸ ਹੋਰ ਰਹਿ ਗਈਆਂ ਇੰਗਲਿਸ਼ ਪੈਡਾਗੋਜੀ ਦੀਆਂ, ਥਿਊਰੀ ਵਾਲੀਆਂ। ਬਾਕੀ ਮੈਨੂੰ ਲੱਗਦਾ ਮੈਂ ਮੈਕਸਿਮਮ ਚੀਜ਼ਾਂ ਕਵਰ ਕਰ ਚੁੱਕਿਆ ਐਂਡ ਇਹਨਾਂ ਦੇ ਵਿੱਚੋਂ ਹੀ ਜਿਹੜੇ ਤੁਹਾਡੇ ਪ੍ਰਸ਼ਨ ਨੇ ਜੀ ਉਹ ਬਣਦੇ ਹੁੰਦੇ ਆ। ਸੋ ਦੋਸਤੋ, ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।